ਡੀਅਰ ਸਟੂਡੈਂਟਸ ਗੁੱਡ ਮੋਰਨਿੰਗ। ਇਸ ਵੀਡੀਓ ਦੇ ਵਿੱਚ ਅੱਜ ਅਸੀਂ 10ਵੀਂ ਜਮਾਤ ਦੇ ਮੈਥ ਦੀ ਐਕਸਰਸਾਈਜ਼ 2.2 ਕਰਾਂਗੇ। ਇਹ ਜੋ ਅਭਿਆਸ ਹੈ, ਇਸ ਅਭਿਆਸ ਦਾ ਜੋ ਫਸਟ ਪਾਰਟ ਹੈ ਉਹ ਅਸੀਂ ਪਹਿਲਾਂ ਵਾਲੀ ਕਲਾਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਸੋ ਉਹ ਕੰਪਲੀਟ ਕਲਾਸ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਦੇਖ ਲਈ ਹੋਵੇਗੀ। ਇਸ ਕਲਾਸ ਦੇ ਵਿੱਚ ਅੱਜ ਅਸੀਂ ਅਭਿਆਸ 2.2 ਦੇ ਸੈਕੰਡ ਪਾਰਟ ਤੋਂ ਸਟਾਰਟ ਕਰਾਂਗੇ। ਹਾਂਜੀ, ਸਟਾਰਟ ਕਰਦੇ ਹਾਂ। ਸੈਕੰਡ ਪਾਰਟ ਦੀ ਸਟੇਟਮੈਂਟ ਸਾਨੂੰ ਕੁਝ ਇਸ ਤਰੀਕੇ ਨਾਲ ਦਿੱਤੀ ਗਈ ਹੈ। ਇੱਕ ਦੋ ਘਾਤੀ ਬਹੁਪਦ ਪਤਾ ਕਰੋ ਜਿਸ ਦੇ ਸਿਫਰਾਂ ਦਾ ਜੋੜ ਅਤੇ ਗੁਣਨਫਲ ਕ੍ਰਮਵਾਰ ਦਿੱਤਾ ਹੈ। ਅਸੀਂ ਨੇ ਇੱਕ ਬਹੁਪਦ ਬਣਾਉਣਾ ਹੈ। ਸਾਨੂੰ ਇਹ ਸਿਫਰਾਂ ਦਾ ਜੋੜਫਲ ਅਤੇ ਗੁਣਨਫਲ ਇਹ ਦੋ ਚੀਜ਼ਾਂ ਦਿੱਤੀਆਂ ਹੋਈਆਂ ਨੇ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਜਿਵੇਂ ਸਾਨੂੰ ਜੋ ਚੀਜ਼ ਗਿਵਨ ਹੈ ਉਹ ਚੀਜ਼ ਲਿਖਣੀ ਹੁੰਦੀ ਹੈ। ਠੀਕ ਹੈ ਜੀ, 1/4 ਅਤੇ -1 ਇਹ ਸਾਨੂੰ ਦਿੱਤਾ ਹੋਇਆ ਸਿਫਰਾਂ ਦਾ ਜੋੜਫਲ ਦਿੱਤਾ ਹੋਇਆ 1/4 ਅਤੇ ਸਿਫਰਾਂ ਦਾ ਜੋੜਫਲ ਦਿੱਤਾ ਹੋਇਆ ਘਟਾ 1। ਤਾਂ ਇਸ ਨੂੰ ਅਸੀਂ ਨੇ ਇਸ ਫਾਰਮੂਲੇ ਦੇ ਵਿੱਚ ਪੁੱਟ ਕਰਕੇ ਇੱਕ ਬਹੁਪਦ ਪਤਾ ਕਰਨਾ ਹੈ। ਸੋ ਇਹ ਫਾਰਮੂਲਾ ਹੈ x² - ਜੋੜਫਲ x ਪਲੱਸ ਗੁਣਨਫਲ। ਸੋ ਇਹ ਜਿਹੜਾ ਫਾਰਮੂਲਾ ਤੁਸੀਂ ਇਹਨੂੰ ਯਾਦ ਕਰ ਲਓ। ਜੇਕਰ ਤੁਸੀਂ ਨੇ ਇਸ ਨੂੰ ਯਾਦ ਕਰ ਲਿਆ, ਇਹ ਫਾਰਮੂਲੇ ਨੂੰ ਯਾਦ ਕਰ ਲਿਆ, ਤਾਂ ਸਾਰੇ ਸਵਾਲ ਤੁਹਾਡੇ ਆਟੋਮੈਟਿਕਲੀ ਹੱਲ ਹੋ ਜਾਣਗੇ, ਕਿਉਂਕਿ ਇਸ ਫਾਰਮੂਲੇ ਦੇ ਬੇਸ 'ਤੇ ਹੀ ਅਸੀਂ ਨੇ ਇੱਕ ਬਹੁਪਦ ਬਣਾਉਣਾ ਹੁੰਦਾ ਹੈ। ਇਹ ਬਹੁਪਦ ਬਣਾਉਣ ਦਾ ਜੋ ਫਾਰਮੂਲਾ ਟੀਚਰਸ ਕਈ ਵਾਰ ਇਸ ਫਾਰਮੂਲੇ ਨੂੰ ਅਲੱਗ-ਅਲੱਗ ਵੀ ਤਰੀਕੇ ਨਾਲ ਐਕਸਪਲੇਨ ਕਰ ਦਿੰਦੇ ਨੇ। ਜਿਵੇਂ ਕਿ ਦੇਖੋ ਜੀ, ਕਈਆਂ ਥਾਵਾਂ 'ਤੇ ਤੁਹਾਨੂੰ ਇਹ ਫਾਰਮੂਲਾ ਇਸ ਤਰੀਕੇ ਨਾਲ ਦਿਖੇਗਾ ਕਿ x² - sx ਪਲੱਸ p। ਤਾਂ ਇਹਦਾ ਭਾਵ ਹੁੰਦਾ ਸਮ। ਠੀਕ ਹੈ ਜੀ, ਸਮ ਆਫ ਰੂਟਸ, ਅਤੇ ਇਹ ਹੋ ਗਿਆ ਪ੍ਰੋਡਕਟ ਆਫ ਰੂਟਸ। ਤਾਂ ਇਹਦਾ ਭਾਵ ਵੀ ਉਹ ਸੇਮ ਹੋ ਗਿਆ ਵੀ ਜੋੜਫਲ, ਇਹਦਾ ਮੀਨਸ ਹੋ ਗਿਆ ਮਲਟੀਪਲਾਈ। ਠੀਕ ਹੈ ਜੀ, ਪ੍ਰੋਡਕਟ। ਤਾਂ ਇਸ ਫਾਰਮੂਲੇ ਨੂੰ ਕਈ ਵਾਰ ਇਸ ਤਰ੍ਹਾਂ ਵੀ ਅਸੀਂ ਲਿਖ ਦਿੰਦੇ ਹਾਂ α ਪਲੱਸ ਬੀਟਾ x ਅਤੇ ਅਲਫਾ ਅਤੇ ਬੀਟਾ ਮਲਟੀਪਲਾਈ। ਸੋ ਸੇਮ ਨੇ, ਸਭ ਤਰੀਕੇ ਸੇਮ ਨੇ। ਤਾਂ ਐਸ α ਪਲੱਸ ਬੀਟਾ ਜੋੜਫਲ ਜਾਂ ਡਾਇਰੈਕਟ ਜੋੜਫਲ ਲਿਖ ਦਿਓ। ਸੋ ਅਸੀਂ ਤੁਹਾਨੂੰ ਇਸ ਸਵਾਲ ਦੇ ਵਿੱਚ ਰਿਕਮੈਂਡ ਕਰਾਂਗੇ ਕਿ ਤੁਸੀਂ ਡਾਇਰੈਕਟ ਜੋੜਫਲ ਵੀ ਲਿਖ ਸਕਦੇ ਹੋ, ਕਿਉਂਕਿ ਇਹਦੇ ਨਾਲ ਬੱਚੇ ਕਨਫਿਊਜ਼ ਨਹੀਂ ਹੁੰਦੇ। ਜਦ ਅਸੀਂ ਕਈ ਵਾਰ ਅਲਫਾ ਅਤੇ ਬੀਟਾ ਲਿਖ ਦਿੰਦੇ ਤਾਂ ਬੱਚੇ ਕਨਫਿਊਜ਼ ਹੋ ਜਾਂਦੇ ਨੇ ਵੀ ਅਲਫਾ ਬੀਟਾ ਕਿੱਥੋਂ ਆ ਗਏ, ਕੀ ਨੇ ਇਹ। ਠੀਕ ਹੈ ਜੀ, ਇਸ ਲਈ ਅਸੀਂ ਤੁਹਾਨੂੰ ਇਹੀ ਗੱਲ ਕਹਾਂਗੇ ਕਿ ਤੁਸੀਂ ਡਾਇਰੈਕਟ ਜੋੜਫਲ ਗੁਣਨਫਲ ਲਿਖ ਸਕਦੇ ਹੋ। ਨੋ ਪ੍ਰੋਬਲਮ, ਤੁਹਾਡਾ ਸਵਾਲ ਗਲਤ ਨਹੀਂ ਹੋਵੇਗਾ। ਹਾਂਜੀ, ਇਹ ਇੱਕ ਇਹਦਾ ਸਟੈਂਡਰਡ ਫਾਰਮ ਹੈ। ਠੀਕ ਹੈ ਜੀ, ਦੋ ਘਾਤੀ ਬਹੁਪਦ ਪਤਾ ਕਰਨ ਦੀ। x ਦੀ ਘਾਤ 2 ਘਟਾ ਜੋੜਫਲ x ਮਲਟੀਪਲਾਈ ਕਰਨੀ x ਦੀ ਪਲੱਸ ਗੁਣਨਫਲ। ਸੋ x² ਸੇਮ ਲਿਖੋ, ਮਾਈਨਸ ਸੇਮ ਲਿਖੋ। ਹੁਣ ਦੇਖੋ ਜੀ, ਜੋੜਫਲ ਸਾਨੂੰ ਕਿੰਨਾ ਦਿੱਤਾ ਹੋਇਆ ਸੀ? ਜੋੜਫਲ ਦਿੱਤਾ ਹੋਇਆ ਸੀ 1/4। 1/4 ਅਸੀਂ ਨੇ ਇੱਥੇ ਲਿਖਤਾ। ਉਸ ਤੋਂ ਬਾਅਦ ਮਲਟੀਪਲਾਈ ਕਰਨੀ ਸੀ x ਨਾਲ, ਪਲੱਸ ਪਲੱਸ। ਗੁਣਨਫਲ ਦਿੱਤਾ ਹੋਇਆ ਸਾਨੂੰ ਘਟਾ 1 ਲਿਖ ਲਿਆ। ਸੋ ਉਸ ਤੋਂ ਬਾਅਦ ਅਸੀਂ ਨੇ ਇਹਨੂੰ ਸੋਲਵ ਕਰਨਾ ਹੈ। ਇਹ ਸੋਲਵੇਸ਼ਨ ਜੇਕਰ ਤੁਹਾਡੀ ਸਹੀ ਹੋ ਗਈ ਤਾਂ ਤੁਹਾਡਾ ਆਨਸਰ ਬਿਲਕੁਲ ਸਹੀ ਹੋਵੇਗਾ। ਦੇਖੋ ਜੀ, x² ਮਾਈਨਸ, ਸੋ ਇਹ ਜਿਹੜੀ ਮਾਈਨਸ ਦੇ ਵਿੱਚ ਮਲਟੀਪਲਾਈ ਹੋ ਗਈ ਤਾਂ ਘਟਾ 1/4 ਬਣ ਗਿਆ x ਮਾਈਨਸ, ਇਹ ਜਿਹੜਾ -1 ਸੀ ਪਲੱਸ ਅਤੇ ਮਾਈਨਸ ਇਹ ਕੀ ਹੋ ਗਿਆ ਮਾਈਨਸ, ਤਾਂ -1 ਆ ਗਿਆ। ਸੋ ਇੱਥੋਂ ਤੱਕ ਤੁਹਾਡੀ ਸਿੰਪਲ ਸੋਲੂਸ਼ਨ ਸੀ। ਅੱਗੇ ਤੁਸੀਂ ਨੇ ਜੇਕਰ ਇਹਨਾਂ ਦੇ ਵਿੱਚੋਂ ਇੱਕ ਚੀਜ਼ ਵੀ ਬਟੇ ਦੀ ਫਾਰਮ ਦੇ ਵਿੱਚ ਹੈ, ਅਨੁਪਾਤ ਦੇ ਵਿੱਚ ਹੈ, ਤਾਂ ਤੁਸੀਂ ਨੇ ਉਸ ਨੂੰ ਹੱਲ ਕਰਕੇ ਅੱਗੇ ਲਿਖਣਾ ਹੋਵੇਗਾ। ਫਿਰ ਤੁਹਾਡਾ ਲੋੜੀਂਦਾ ਦਾ ਬਹੁਪਦ ਪਤਾ ਹੋਵੇਗਾ। ਇਹਨੂੰ ਹੱਲ ਕਰਨ ਦਾ ਤਰੀਕਾ ਕੀ ਹੈ ਕਿ ਅਸੀਂ ਇਸ ਦੇ ਵਿੱਚ ਜੋ ਸਾਡੇ ਵਿੱਚ ਇਸ ਰਕਮ ਦੇ ਵਿੱਚ ਸਾਡੇ ਕੋਲ ਹਰ ਹੁੰਦੇ ਨੇ, ਹਰ ਉਹਨਾਂ ਦਾ ਅਸੀਂ ਨੇ ਲਘੁੱਤਮ ਯਾਨੀ ਕਿ ਐਲਸੀਐਮ ਲੈਣਾ ਹੁੰਦਾ। ਐਲਸੀਐਮ ਲੈ ਕੇ, ਠੀਕ ਹੈ ਜੀ, ਇਸ ਨੂੰ ਸੋਲਵੇਸ਼ਨ ਕਰਨੀ ਹੁੰਦੀ ਹੈ ਅਤੇ ਨੀਚੇ ਜਿਹੜਾ ਐਲਸੀਐਮ ਆ ਜਾਏ ਉਹਨੂੰ ਇਸ ਸਾਈਡ 'ਤੇ ਜਾ ਕੇ ਅਸੀਂ 0 ਬਣਾ ਦਿੰਦੇ ਹਾਂ। ਸੋ ਇਸ ਤਰੀਕੇ ਨਾਲ ਸਾਡਾ ਇਹ ਲੋੜੀਂਦਾ ਬਹੁਪਦ ਪਤਾ ਹੋ ਜਾਂਦਾ ਹੈ। ਇਹ ਐਲਸੀਐਮ ਲੈਣ ਦਾ ਤਰੀਕਾ ਕੀ ਹੈ, ਇਹਦੇ ਲਈ ਵੀ ਤੁਹਾਨੂੰ ਅਸੀਂ ਥੋੜ੍ਹਾ ਜਿਹਾ ਬੇਸਿਕ ਸਮਝਾ ਦਿੰਦੇ ਹਾਂ। ਠੀਕ ਹੈ ਜੀ, ਇਹ ਕਨਸੈਪਟ ਕਲੀਅਰ ਕਰਨ ਦੇ ਲਈ ਬੇਸਿਕ ਸਮਝਾ ਰਹੇ ਹਾਂ ਤੁਹਾਨੂੰ। ਇਹ ਫੇਅਰ ਕਾਪੀ 'ਤੇ ਵੀ ਬੇਸਿਕ ਨੋਟ ਕਰਨ ਦੀ ਲੋੜ ਨਹੀਂ, ਤੁਸੀਂ ਇਸ ਸਵਾਲ ਨੂੰ ਡਾਇਰੈਕਟ ਇਸ ਤਰੀਕੇ ਨਾਲ ਨੋਟ ਕਰੋਗੇ। ਇੱਕ ਵਾਰੀ ਬੇਸਿਕ ਜ਼ਰੂਰ ਸਮਝੋ ਜੀ। ਦੇਖੋ ਜੀ, ਮੰਨ ਕੇ ਚੱਲੋ ਅਸੀਂ ਨੇ 1/2 ਪਲੱਸ 1/3 ਇਹ ਦੋ ਸੰਖਿਆਵਾਂ ਨੇ ਭਾਵ ਸਾਡੇ ਕੋਲ। ਪਹਿਲਾਂ ਇਹਨੂੰ ਥੋੜ੍ਹਾ ਜਿਹਾ ਸਿੰਪਲ ਸਮਝ ਲੈਂਦੇ ਹਾਂ। ਇੱਕ ਸਵਾਲ ਜਿਵੇਂ ਕਿ 1/3 1/3 2/3। ਠੀਕ ਹੈ ਜੀ, ਇਹ ਤਿੰਨ ਸੰਖਿਆਵਾਂ ਨੇ। ਇੱਥੇ ਅਸੀਂ ਇਹਨਾਂ ਨੂੰ ਸੋਲਵ ਕਰਨਾ ਐਲਸੀਐਮ ਲੈ ਕੇ। ਤਾਂ ਇੱਥੇ ਸੋਲਵ ਕਰਨ ਦਾ ਤਰੀਕਾ ਕੀ ਹੁੰਦਾ? ਦੇਖੋ 3 3 3, ਇਹਨਾਂ ਤਿੰਨਾਂ ਦਾ ਜੋ ਐਲਸੀਐਮ ਆਵੇਗਾ ਉਹ ਕਿੰਨਾ ਆਵੇਗਾ ਜੀ? 3। ਠੀਕ ਹੈ ਜੀ, ਉਸ ਤੋਂ ਬਾਅਦ ਇਸ ਐਲਸੀਐਮ ਨੂੰ ਜੋ ਸਾਡਾ ਲਘੁੱਤਮ ਆਇਆ ਇਸ ਨੂੰ ਅਸੀਂ ਨੇ ਉੱਪਰ ਵਾਲੇ ਨਾਲ ਇੱਥੇ ਜਿਹੜਾ ਅੰਸ਼ ਹੋਵੇ ਉਸ ਦੇ ਨਾਲ ਗੁਣਾ ਕਰਨੀ ਹੁੰਦੀ ਹੈ। ਉਸ ਤੋਂ ਬਾਅਦ ਇਹਦੇ ਨਾਲ ਡਿਵਾਈਡ ਕਰਨਾ ਹੁੰਦਾ ਹੈ। ਤਾਂ 3 ਨੂੰ 1 ਨਾਲ ਗੁਣਾ ਕਰਾਂਗੇ 3। ਠੀਕ ਹੈ ਜੀ, 3 ਨੂੰ 3 'ਤੇ ਡਿਵਾਈਡ ਕੀਤਾ 1 ਲਿਖ ਲਿਆ। ਉਸ ਤੋਂ ਬਾਅਦ ਜਿਹੜਾ ਇੱਥੇ ਸਾਈਨ ਹੋਵੇ ਪਲੱਸ ਪਾ ਲਿਆ। ਉਸ ਤੋਂ ਬਾਅਦ ਸੇਮ ਤਰੀਕਾ ਵਰਤੋਂ ਲਘੁੱਤਮ ਨੂੰ ਇੱਥੇ ਗੁਣਾ ਕਰੋ, ਕਿੰਨਾ ਬਣ ਗਿਆ 3। 3 ਨੂੰ 3 'ਤੇ ਵੰਡਿਆ 1। ਠੀਕ ਹੈ ਜੀ, ਉਸ ਤੋਂ ਬਾਅਦ ਕਾਹਦਾ ਸਾਈਨ ਹੈ? ਪਲੱਸ ਦਾ, ਤਾਂ ਪਲੱਸ ਲਿਖਿਆ। ਉਸ ਤੋਂ ਬਾਅਦ ਲਘੁੱਤਮ ਨੂੰ ਇਸ ਅੰਸ਼ ਦੇ ਨਾਲ ਗੁਣਾ ਕੀਤੀ। ਅੰਸ਼ ਕਿੰਨਾ ਇੱਥੇ 2 ਨਾਲ ਗੁਣਾ ਕੀਤੀ 6 ਨੂੰ ਅੱਗੇ
3 ਤੇ ਡਿਵਾਈਡ ਕੀਤਾ ਤਾਂ 2, ठीक है जी। उस तो बाद उपर वाले नूं सॉल्व करो, 1 जोड़ 1 जोड़ 2 उत्ते कितना बनेगा 4/3। सो ਇਹਦਾ ਐਲਸੀਐਮ ਲੈ ਕੇ ਸੋਲੂਸ਼ਨ ਕਰਕੇ ਕਿੰਨਾ ਬਣ ਗਿਆ 4/3। ਜੇਕਰ ਇੱਥੇ ਨਾਲ ਐਕਸ ਵਾਈ ਕੁਛ ਲੱਗਿਆ ਹੁੰਦਾ ਤਾਂ ਇਹਨੂੰ ਅਸੀਂ ਇਸੇ ਤਰ੍ਹਾਂ ਰੱਖ ਦੇਣਾ ਸੀ, ਠੀਕ ਹੈ, ਜਿਵੇਂ ਅਸੀਂ ਉਸ ਸਵਾਲ ਦੇ ਵਿੱਚ ਕੀਤਾ। ਤਾਂ ਹੁਣ ਉਹੀ ਤਰੀਕਾ ਇੱਥੇ ਵਰਤੋ, 2 ਅਤੇ 3 ਦਾ ਅਸੀਂ ਐਲਸੀਐਮ ਲੈਂਦੇ ਹਾਂ। 2 ਅਤੇ 3 ਦਾ ਐਲਸੀਐਮ ਲੈਣ ਦਾ ਤਰੀਕਾ ਇਹੀ ਹੁੰਦਾ ਨਾ, 2 ਅਤੇ 3 ਪਹਿਲਾਂ 2 ਤੇ ਭੇਜਿਆ 1, ठीक है जी, 3 फिर 3 ਤੇ ਭੇਜਿਆ। इट मीनस इनका ਜਿਹੜਾ ਐਲਸੀਐਮ ਆਏਗਾ ਉਹ ਕਿੰਨਾ ਆਏਗਾ 6 ਆਵੇਗਾ, ठीक है जी। ਲਘੁੱਤਮ ਕਿੰਨਾ ਆਵੇਗਾ 6 ਆਵੇਗਾ। ਤਾਂ ਹੁਣ ਇੱਥੇ 6 ਨੂੰ ਪਹਿਲਾਂ ਇੱਥੇ ਗੁਣਾ ਕਰੋ, 6 ਨੂੰ 2 ਤੇ ਡਿਵਾਈਡ ਕੀਤਾ 3, ठीक है जी। ਉਸ ਤੋਂ ਬਾਅਦ 6 ਨੂੰ 1 ਨਾਲ ਗੁਣਾ ਕੀਤੀ 6 ਨੂੰ 3 ਤੇ ਡਿਵਾਈਡ ਕੀਤਾ 2, ਤਾਂ ਇਹਨਾਂ ਨੂੰ ਐਡ ਕਰਕੇ ਕਿੰਨਾ ਆ ਗਿਆ 5/6। ਸੋ ਇਹ ਐਲਸੀਐਮ ਲੈਣ ਦਾ ਅਸਲੀ ਤਰੀਕਾ ਹੈ। ਇਹਨੂੰ ਥੋੜ੍ਹਾ ਜਿਹਾ ਅਸੀਂ ਹੁਣ ਤੁਹਾਨੂੰ ਚੱਲ ਬਹੁਤ ਪਤਾ ਚੱਲ ਹੁੰਦੇ ਨੇ ਜਿਹੜੇ ਉਸ ਦੀ ਫੋਰਮ ਵਿੱਚ ਵੀ ਸਮਝਾ ਦਿੰਦੇ ਹਾਂ। ਦੇਖੋ ਜੀ, ਜਿਵੇਂ ਮੰਨ ਕੇ ਚੱਲੋ 1/x ਲੈ ਲਓ, x/4 + 1 ਮੰਨ ਕੇ ਚਲੋ, ਇਸ ਤਰ੍ਹਾਂ ਐਲਸੀਐਮ ਲੈਣਾ ਅਸੀਂ ਇਹਦਾ। ਤਾਂ ਹੁਣ ਦੇਖੋ ਇਹਦਾ 4 ਦਾ ਐਲਸੀਐਮ ਕਿੰਨਾ ਆ ਗਿਆ 4 ਹੈ, ਇੱਥੇ ਮੰਨ ਲਓ ਵੀ 1 ਹੈ, ਜਦੋਂ ਕੁਛ ਵੀ ਨਾ ਹੋਵੇ ਅਸੀਂ 1 ਮੰਨ ਸਕਦੇ ਹਾਂ। ਤਾਂ 1 ਅਤੇ 4 ਦਾ ਐਲਸੀਐਮ ਕਿੰਨਾ ਆ ਗਿਆ 4। ਤਾਂ 4 ਨੂੰ ਪਹਿਲਾਂ ਅਸੀਂ ਉੱਪਰ ਗੁਣਾ ਕੀਤੀ 4x ਬਣ ਗਿਆ, 4x ਨੂੰ 4 ਤੇ ਡਿਵਾਈਡ ਕੀਤਾ ਤਾਂ x ਹੀ ਰਹਿ ਗਿਆ, ਮੀਨਸ ਪਹਿਲਾਂ ਗੁਣਾ ਕੀਤੀ ਫਿਰ ਡਿਵਾਈਡ ਕੀਤਾ, ਸੇਮ ਉਹੀ ਚੀਜ਼ ਰਹੇਗੀ। ਤਾਂ ਉਸ ਤੋਂ ਬਾਅਦ ਕਾਹਦਾ ਸਾਈਨ ਹੈ ਪਲੱਸ ਦਾ, ਪਲੱਸ ਪਾਵਾਂਗੇ। ਉਸ ਤੋਂ ਬਾਅਦ ਜਿਹੜਾ ਐਲਸੀਐਮ ਸੀ 4 ਨੂੰ 1 ਨਾਲ ਗੁਣਾ ਕੀਤੀ 1 ਨਾਲ ਡਿਵਾਈਡ ਕਰਤਾ, ਮੀਨਸ 4 ਹੀ ਰਹਿ ਜਾਏਗਾ, ਠੀਕ ਹੈ ਜੀ। ਉਸ ਤੋਂ ਬਾਅਦ ਜੇਕਰ ਇਹ ਬਰਾਬਰ 0 ਹੋਵੇ ਤਾਂ x + 4 ਬਰਾਬਰ ਇਹ ਜਿਹੜਾ 4 ਇੱਥੇ ਡਿਵਾਈਡ ਦੇ ਵਿੱਚ ਹੈ ਤਾਂ ਇਸ ਸਾਈਡ 'ਤੇ ਜਾ ਕੇ 0 ਬਣ ਗਿਆ, ਠੀਕ ਹੈ। 0 × 4 ਬਣ ਗਿਆ ਬਰਾਬਰ 0, ਤਾਂ x + 4 ਬਰਾਬਰ 0 ਇਸ ਤਰ੍ਹਾਂ ਕਹਿ ਸਕਦੇ ਹਾਂ ਅਸੀਂ। ਇਹੀ ਸੋਲੂਸ਼ਨ ਅਸੀਂ ਨੇ ਇੱਥੇ ਕੀਤੀ ਹੈ, ਠੀਕ ਹੈ ਜੀ। ਇੱਥੇ ਸਵਾਲ ਦੇ ਵਿੱਚ ਤੁਸੀਂ ਨਾ ਰਫ ਦੇ ਵਿੱਚ ਕਰਕੇ ਦੇਖ ਲਿਓ, ਵਿੱਚ ਇੱਥੇ ਮਿਕਸ 'ਚ ਕੰਮ ਨਾ ਕਰਿਓ। ਸੋ ਇਸ ਤਰ੍ਹਾਂ ਅਸੀਂ ਨੇ 4 ਇਹਦੇ ਨੀਚੇ ਮੰਨ ਕੇ ਚਲੋ ਵੀ 1 ਹੈਗਾ, ਠੀਕ ਹੈ। 1 ਇਹਨਾਂ ਦਾ ਐਲਸੀਐਮ ਲੈ ਕੇ ਅਸੀਂ ਨੇ ਇੱਥੇ ਸੋਲੂਸ਼ਨ ਕਰਕੇ ਇਹਨੂੰ ਇਸ ਸਾਈਡ 'ਤੇ ਜਾ ਕੇ 0 ਬਣਾਤਾ। ਸੋ ਇਸ ਤਰ੍ਹਾਂ ਜਿਹੜਾ ਬਹੁਪਦ ਬਣਿਆ ਇਹ ਇੱਕ ਲੋੜੀਂਦਾ ਦਾ ਬਹੁਪਦ ਹੈ, ਇਸ ਤਰ੍ਹਾਂ ਅਸੀਂ ਇਹਨੂੰ ਲਿਖ ਸਕਦੇ ਹਾਂ। ਤੁਸੀਂ ਇਸ ਸਵਾਲ ਨੂੰ ਨੋਟ ਵੀ ਕਰ ਸਕਦੇ ਹੋ। ਹਾਂਜੀ, ਹੁਣ ਅਸੀਂ ਕਰਦੇ ਹਾਂ ਸੈਕਿੰਡ ਪਾਰਟ ਦਾ ਸੈਕਿੰਡ ਸਵਾਲ। ਇਹਦੇ ਵਿੱਚ ਸਾਨੂੰ ਸਿਫਰਾਂ ਦਾ ਜੋੜਫਲ ਦਿੱਤਾ ਗਿਆ ਹੈ ਵਰਗਮੂਲ 2, ਸਿਫਰਾਂ ਦਾ ਜੋੜਫਲ ਦਿੱਤਾ ਗਿਆ 1/3। ਸੋ ਇਹ ਜੋੜਫਲ ਅਤੇ ਗੁਣਨਫਲ ਸਾਨੂੰ ਗਿਵਨ ਸੀ ਦਿੱਤਾ ਹੋਇਆ ਸਟੇਟਮੈਂਟ ਦੇ ਵਿੱਚ। ਉਸ ਤੋਂ ਬਾਅਦ ਇਹ ਇੱਕ ਫਾਰਮੂਲਾ ਜੋ ਤੁਹਾਨੂੰ ਦੱਸਿਆ ਵੀ ਇਹ ਤਾਂ ਤੁਸੀਂ ਪੱਕਾ ਹੀ ਯਾਦ ਕਰ ਲਓ, ਠੀਕ ਹੈ ਜੀ। x² ਘਟਾ ਜੋੜਫਲ x ਜੋੜ ਗੁਣਨਫਲ, x² ਸੇਮ ਲਿਖੋ, x² ਸੇਮ ਲਿਖ ਲਿਆ, ਮਾਈਨਸ ਲਿਖ ਲਿਆ। ਉਸ ਤੋਂ ਬਾਅਦ ਜੋੜਫਲ ਕਿੰਨਾ ਦਿੱਤਾ ਹੋਇਆ ਸੀ ਵਰਗਮੂਲ 2 ਇੱਥੇ ਭਰਤਾ, x ਸੇਮ ਲਿਖ ਲਿਆ ਪਲੱਸ ਸੇਮ ਲਿਖ ਲਿਆ। ਗੁਣਨਫਲ ਕਿੰਨਾ ਦਿੱਤਾ ਸੀ 1/3 ਲਿਖ ਲਿਆ ਬਰਾਬਰ 0, ਠੀਕ ਹੈ ਜੀ। ਇਹਨੂੰ ਬਰਾਬਰ 0 ਕਿਉਂ ਰੱਖਿਆ? ਕਿਉਂਕਿ ਇਹ ਬਟੇ ਦੀ ਫਾਰਮ ਦੇ ਵਿੱਚ ਆ ਗਿਆ ਸੀ ਤਾਂ ਇਹਨੂੰ ਸੋਲਵ ਅੱਗੇ ਕਰਨਾ ਪਵੇਗਾ ਹੀ ਪਵੇਗਾ, ਇਸ ਲਈ ਇਹਨੂੰ ਬਰਾਬਰ 0 ਰੱਖ ਲਿਆ ਕਰੋ, ਠੀਕ ਹੈ ਜੀ। ਦੇਖੋ ਉਸ ਤੋਂ ਬਾਅਦ ਅਸੀਂ ਇਹਦੇ ਨੀਚੇ ਜਦੋਂ ਕੁਛ ਨਹੀਂ ਹੁੰਦਾ ਤਾਂ ਮੰਨ ਸਕਦੇ 1 ਮੰਨ ਸਕਦੇ ਹਾਂ। ਤਾਂ ਇਸੇ ਤਰ੍ਹਾਂ ਇਹ ਬਟੇ ਦੇ ਵਿੱਚ ਤਾਂ ਇਹਦਾ ਐਲਸੀਐਮ ਲੈ ਕੇ 3 ਆ ਗਿਆ ਐਲਸੀਐਮ, ਠੀਕ ਹੈ ਜੀ। ਇਹਦੇ ਉੱਤੇ ਗੁਣਾ ਕੀਤੀ ਡਿਵਾਈਡ ਕਰਕੇ ਉੱਪਰ ਇਹ ਚੀਜ਼ ਬਣ ਗਈ, ਠੀਕ ਹੈ ਜੀ। ਨੀਚੇ ਬਟੇ ਦੇ ਵਿੱਚ 3 ਹੈ ਬਰਾਬਰ 0 ਹੈ। ਉਸ ਤੋਂ ਬਾਅਦ ਇਹ 3 ਇਸ ਸਾਈਡ 'ਤੇ ਜਾ ਕੇ 0 ਬਣ ਗਿਆ ਤਾਂ ਉੱਪਰ ਸਾਡੇ ਕੋਲ ਇਹ ਚੀਜ਼ ਬਚ ਗਈ 3x² ਘਟਾ 3 ਵਰਗਮੂਲ 2x + 1 ਬਰਾਬਰ 0। ਇਹ ਲੋੜੀਂਦਾ ਦੋ ਘਾਤੀ ਬਹੁਪਦ ਹੈ। ਇਹ ਲਾਈਨ ਤੁਸੀਂ ਅੰਤ ਵਿੱਚ ਜ਼ਰੂਰ ਲਿਖਣੀ ਹੈ ਹਰ ਸਵਾਲ ਦੀ, ਤਾਂ ਕਿ ਵਧੀਆ ਲੱਗੇ, ਐਕਸਪ੍ਰੈਸ਼ਨ ਚੰਗੇ ਜਾਣ ਪੇਪਰ ਚੈੱਕ ਕਰਨ ਵਾਲੇ ਦੇ ਮਾਈਂਡ ਵਿੱਚ। ਹਾਂਜੀ, ਤੁਸੀਂ ਇਸ ਸਵਾਲ ਨੂੰ ਨੋਟ ਵੀ ਕਰ ਸਕਦੇ ਹੋ। ਜਿੱਥੇ ਇਹ ਅਨੁਪਾਤ ਦੇ ਵਿੱਚ ਹੋਵੇ ਐਲਸੀਐਮ ਲੈਣ ਦੀ ਉੱਥੇ ਲੋੜ ਪੈਂਦੀ, ਅਦਰਵਾਈਜ਼ ਨੋ ਲੋੜ, ਕੋਈ ਵੀ ਜ਼ਰੂਰਤ ਨਹੀਂ ਹੁੰਦੀ। ਹਾਂਜੀ, ਉਸ ਤੋਂ ਬਾਅਦ ਅਸੀਂ ਕਰਦੇ ਹਾਂ ਥਰਡ ਸਵਾਲ। ਸਿਫਰਾਂ ਦਾ ਜੋੜਫਲ 0 ਦਿੱਤਾ ਹੋਇਆ, ਸਿਫਰਾਂ ਦਾ ਗੁਣਨਫਲ ਦਿੱਤਾ ਹੋਇਆ ਸਾਨੂੰ ਵਰਗਮੂਲ 5। ਸੋ ਅਸੀਂ ਸਿਫਰਾਂ ਦਾ ਜੋੜਫਲ ਅਤੇ ਗੁਣਨਫਲ ਨੂੰ ਫਾਰਮੂਲੇ ਦੇ ਵਿੱਚ ਭਰਾਂਗੇ। ਫਾਰਮੂਲਾ ਹੈ x² ਮਾਈਨਸ ਜੋੜਫਲ x ਜੋੜ ਗੁਣਨਫਲ, x² ਸੇਮ ਲਿਖੋ, ਮਾਈਨਸ ਸੇਮ ਲਿਖੋ। ਜੋੜਫਲ ਦਿੱਤਾ ਹੋਇਆ ਸਾਨੂੰ 0 ਭਰ ਲਿਆ, x ਲਗਾ ਲਿਆ, ਪਲੱਸ ਲਿਖ ਲਿਆ। ਵਰਗਮੂਲ ਜਿਹੜੇ ਇਹ ਆਪਣੇ ਕੋਲ ਸਿਫਰਾਂ ਨੇ, ਇਹਨਾਂ ਦਾ ਗੁਣਨਫਲ ਦਿੱਤਾ ਹੋਇਆ ਸਾਨੂੰ ਵਰਗਮੂਲ 5 ਲਿਖ ਲਿਆ। ਉਸ ਤੋਂ ਬਾਅਦ x² ਸੇਮ ਲਿਖ ਲਿਆ। ਦੇਖੋ ਇਹ ਤਾਂ 0 ਬਣ ਗਿਆ ਸਾਰਾ, ਜਦੋਂ 0 ਨਾਲ ਮਲਟੀਪਲਾਈ ਹੋ ਜਾਂਦੇ ਕਿਸੇ ਵੀ ਚੀਜ਼ ਤਾਂ ਉਹ 0 ਬਣ ਜਾਂਦੇ। ਇਹਨੂੰ ਇਹਦੇ ਵਿੱਚ ਲਿਖਣ ਦੀ ਲੋੜ ਨਹੀਂ ਹੈਗੀ, ਅਸੀਂ ਇਹਨੂੰ ਡਾਇਰੈਕਟ ਲਿਖ ਸਕਦੇ ਹਾਂ x² ਪਲੱਸ ਵਰਗਮੂਲ 5। ਇਹ ਲੋੜੀਂਦਾ ਦੋ ਘਾਤੀ ਬਹੁਪਦ ਹੈ। ਜੇਕਰ ਤੁਸੀਂ ਇਹਨੂੰ ਇੱਥੇ ਹੀ ਛੱਡ ਦਿੰਦੇ ਤਾਂ ਵੀ ਤੁਹਾਡਾ ਸਵਾਲ ਗਲਤ ਨਹੀਂ ਸੀ। x² ਮਾਈਨਸ 0x ਪਲੱਸ
वर्गमूल 5। ਇਹ ਜਿਹੜਾ वर्गमूल 5 तक भी ਛੱਡ ਸਕਦੇ ਸੀ, नो प्रॉब्लम। ਇਹ ਸਟੈਪ ਜਿਹੜਾ ਐਡਵਾਂਸ ਲੈਵਲ ਦਾ ਵਧੀਆ ਲੱਗਦਾ ਲਿਖਿਆ ਹੋਇਆ, ਤੁਸੀਂ ਇਹਨੂੰ ਅੱਗੇ ਸੋਲਵ ਵੀ ਕਰ ਸਕਦੇ ਹੋ। ਅੰਤ ਵਿੱਚ ਇਹ ਲਾਈਨ ਜ਼ਰੂਰ ਲਿਖਿਆ ਕਰੋ, ਇਹ ਲੋੜੀਂਦਾ ਦੋ ਘਾਤੀ ਬਹੁਪਦ ਹੈ। ਇਸ ਸਵਾਲ ਨੂੰ ਤੁਸੀਂ ਨੋਟ ਕਰ ਸਕਦੇ ਹੋ। ਹਾਂਜੀ, ਹੁਣ ਅਸੀਂ ਨੈਕਸਟ ਸਵਾਲ ਕਰਦੇ ਹਾਂ। ਚੌਥਾ ਸਵਾਲ ਹੈ ਇਸ ਪਾਰਟ ਦਾ। ਸਿਫਰਾਂ ਦਾ ਜੋੜਫਲ ਇੱਕ ਦਿੱਤਾ ਹੋਇਆ, ਸਿਫਰਾਂ ਦਾ ਗੁਣਨਫਲ ਵੀ ਇੱਕ ਦਿੱਤਾ ਹੋਇਆ। ਡਾਇਰੈਕਟ ਫਾਰਮੂਲੇ ਦੇ ਵਿੱਚ ਪਰ ਬਹੁਤ ਸੌਖਾ ਸਵਾਲ ਹੈ ਤਾਂ ਐਕਸ ਸਕੁਆਇਰ ਮਾਈਨਸ ਜੋੜਫਲ ਐਕਸ ਜੋੜ ਗੁਣਨਫਲ, ਐਕਸ ਸਕੁਆਇਰ ਮਾਈਨਸ ਜੋੜਫਲ ਕਿੰਨਾ ਦਿੱਤਾ ਹੋਇਆ ਸੀ 1 ਲਿਖ ਲਿਆ, ਐਕਸ ਸੀ ਇਹਦੇ ਨਾਲ ਮਲਟੀਪਲਾਈ ਦੇ ਵਿੱਚ ਐਕਸ ਲਿਖ ਲਈ, ਪਲੱਸ 1 ਗੁਣਨਫਲ ਦਿੱਤਾ ਹੋਇਆ ਸੀ 1। ਸੋ ਇਸ ਤਰ੍ਹਾਂ ਇਹ ਸਾਡਾ ਲੋੜੀਂਦਾ ਬਹੁਪਦ ਹੈ। ਤਾਂ ਅੰਤ ਵਿੱਚ ਇਹ ਲਿਖ ਵੀ ਸਕਦੇ ਹੋ, ਲਾਈਨ ਜ਼ਰੂਰ ਲਿਖ ਲਿਓ, ਇੱਥੇ ਅਸੀਂ ਨੇ ਲਿਖੀ ਨਹੀਂ ਤਾਂ ਕਿ ਇੰਨੀ ਪ੍ਰੈਕਟਿਸ ਤੁਸੀਂ ਖੁਦ ਵੀ ਕਰੋ। ਤੁਹਾਡੀ ਪ੍ਰੈਕਟਿਸ ਦੇ ਲਈ ਵੀ ਅਸੀਂ ਇੱਕ ਸਵਾਲ ਛੱਡਾਂਗੇ, ਇਹ ਇਸ ਵੀਡੀਓ ਦਾ ਲਾਸਟ ਪ੍ਰਸ਼ਨ ਹੈ। ਠੀਕ ਹੈ ਜੀ, ਲਾਸਟ ਸਵਾਲ ਹੈ ਇਸ ਪਾਰਟ ਦਾ, 5ਵਾਂ ਸਵਾਲ ਹੈ। ਅਤੇ ਜਿਹੜਾ 6ਵਾਂ ਸਵਾਲ ਹੈ ਉਹ ਤੁਹਾਡੀ ਪ੍ਰੈਕਟਿਸ ਦੇ ਲਈ ਛੱਡਿਆ, ਬੜਾ ਈਜ਼ੀ ਹੈ, ਖੁਦ ਪ੍ਰੈਕਟਿਸ ਵੀ ਕਰੋ। ਠੀਕ ਹੈ ਜੀ, ਸਾਰੀਆਂ ਕਲਾਸਿਸ 'ਤੇ ਡਿਪੈਂਡ ਨਾ ਰਹੋ। ਜਿੰਨੇ ਸਵਾਲਾਂ ਤੁਸੀਂ ਖੁਦ ਪ੍ਰੈਕਟਿਸ ਕਰੋਗੇ ਨਾ, ਮੈਥ ਤੁਹਾਨੂੰ ਓਨਾ ਹੀ ਵਧੀਆ ਤਰੀਕੇ ਨਾਲ ਲੱਗੇਗਾ। ਪ੍ਰੈਕਟਿਸ ਇਨ ਰਾਈਟ ਡਾਇਰੈਕਸ਼ਨ ਮੇਕਸ ਪਰਫੈਕਟ। ਜਿਹੜੀ ਪ੍ਰੈਕਟਿਸ ਹੈ ਨਾ, ਜਿੰਨਾ ਅਸੀਂ ਲਿਖ ਕੇ ਦੇਖਾਂਗੇ, ਅਭਿਆਸ ਕਰਾਂਗੇ, ਓਨੇ ਹੀ ਤੁਹਾਨੂੰ ਸਵਾਲ ਵਧੀਆ ਤਰੀਕੇ ਨਾਲ ਆਉਣ ਲੱਗਣਗੇ। ਹਾਂਜੀ, 5ਵਾਂ ਸਵਾਲ ਹੈ। ਸਿਫਰਾਂ ਦਾ ਜੋੜਫਲ ਦਿੱਤਾ ਹੋਇਆ ਸਾਨੂੰ ਘਟਾ 1/4, ਸਿਫਰਾਂ ਦਾ ਗੁਣਨਫਲ ਦਿੱਤਾ ਹੋਇਆ 1/4। ਇਹ ਜਿਹੜਾ ਜੋੜਫਲ ਇਹ ਘਟਾ ਦੇ ਵਿੱਚ ਹੈ, ਇਹ ਪਲੱਸ ਦੇ ਵਿੱਚ ਹੈ। ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ। ਐਕਸ ਸਕੁਆਇਰ ਮਾਈਨਸ ਜੋੜਫਲ ਐਕਸ ਜੋੜ ਗੁਣਨਫਲ। ਠੀਕ ਹੈ ਜੀ, ਐਕਸ ਸਕੁਆਇਰ ਸੇਮ ਲਿਖ ਲਿਆ, ਮਾਈਨਸ ਸੇਮ ਲਿਖ ਲਿਆ, ਜੋੜਫਲ ਦੀ ਥਾਂ 'ਤੇ ਅਸੀਂ ਨੇ ਕੀ ਲਿਖ ਲਿਆ ਘਟਾ 1/4, ਕਿਉਂਕਿ ਇਹ ਦਿੱਤਾ ਹੋਇਆ ਸਾਨੂੰ। ਐਕਸ ਸੇਮ ਲਿਖ ਲਿਆ, ਪਲੱਸ ਸੇਮ ਲਿਖ ਲਿਆ, ਗੁਣਨਫਲ ਦੀ ਥਾਂ 'ਤੇ ਕੀ ਲਿਖਿਆ 1/4। ਉਸ ਤੋਂ ਬਾਅਦ ਐਕਸ ਸਕੁਆਇਰ, ਇਹ ਮਾਈਨਸ ਅਤੇ ਮਾਈਨਸ ਮਲਟੀਪਲਾਈ ਹੋ ਕੇ ਕੀ ਬਣ ਗਏ ਪਲੱਸ 1/4 ਐਕਸ ਜੋੜ 1/4। ਇਸ ਸਵਾਲ ਦਾ ਅਸੀਂ ਦੇਖੋ ਐਲਸੀਐਮ ਲੈ ਕੇ ਤੁਹਾਨੂੰ ਦਿਖਾ ਦਿੰਦੇ, ਸ਼ਾਇਦ ਬੱਚਿਆਂ ਦੇ ਹਲੇ ਵੀ ਮਾਈਂਡ ਦੇ ਵਿੱਚ ਥੋੜ੍ਹਾ ਬਹੁਤਾ ਡਾਊਟ ਹੋਵੇ ਐਲਸੀਐਮ ਦੇ ਪ੍ਰਤੀ। ਦੇਖੋ ਜੀ, ਇਹਦਾ ਐਲਸੀਐਮ ਲੈਣ ਦਾ ਤਰੀਕਾ ਇਹ ਹੈ ਕਿ ਸਾਡੇ ਕੋਲ ਪਹਿਲਾਂ ਇਹਨੂੰ ਅਸੀਂ ਇਸ ਤਰ੍ਹਾਂ ਲਿਖ ਲੈਂਦੇ ਹਾਂ, ਐਕਸ ਸਕੁਆਇਰ 1/4 ਐਕਸ 1/4। ਦੇਖੋ ਜੀ, ਇਹਦਾ ਅਸੀਂ ਐਲਸੀਐਮ ਲੈਣ ਦਾ ਤਰੀਕਾ ਕੀ ਹੈ, ਹਰ ਕਿਹੜੇ ਨੇ ਸਾਡੇ ਕੋਲ। ਇੱਥੇ ਜਦੋਂ ਕੁਛ ਨਹੀਂ ਹੁੰਦਾ ਤਾਂ ਅਸੀਂ 1 ਮੰਨ ਸਕਦੇ ਹਾਂ। ਠੀਕ ਹੈ, ਨੋ ਪ੍ਰੋਬਲਮ 1 ਮੰਨ ਸਕਦੇ ਹਾਂ। ਉਸ ਤੋਂ ਬਾਅਦ ਦੇਖੋ ਜੀ, ਇੱਥੇ 4 ਹੈ, ਇੱਥੇ 4, ਇਹਦਾ ਮਤਲਬ 4 4 1, ਇਹਨਾਂ ਤਿੰਨਾਂ ਦਾ ਸਾਨੂੰ ਐਲਸੀਐਮ ਲੈਣਾ ਪਵੇਗਾ। ਐਲਸੀਐਮ ਲੈਣ ਦੇ ਲਈ ਪਹਿਲਾਂ ਅਸੀਂ 2 'ਤੇ ਡਿਵਾਈਡ ਕਰਾਂਗੇ, 2 ਆ ਗਿਆ 1 ਆ ਗਿਆ, 2 'ਤੇ ਫਿਰ ਡਿਵਾਈਡ ਕੀਤਾ 1 1 1। ਸੋ ਇਹਦਾ ਐਲਸੀਐਮ ਕਿੰਨਾ ਆ ਗਿਆ ਸਾਡੇ ਕੋਲ 4 ਆ ਗਿਆ। ਤਾਂ ਐਲਸੀਐਮ ਨੂੰ ਅਸੀਂ ਨੀਚੇ ਲਿਖੋ ਹਰ ਬਣਾ ਕੇ ਲਿਖ ਲਿਆ ਜੀ। ਉਸ ਤੋਂ ਬਾਅਦ ਇਸ ਐਲਸੀਐਮ ਨੂੰ, ਇਸ ਲਘੁੱਤਮ ਨੂੰ ਅਸੀਂ ਨੇ ਉੱਪਰ ਇੱਥੇ ਅੰਸ਼ ਦੇ ਨਾਲ ਗੁਣਾ ਕਰਨੀ ਹੁੰਦੀ ਹੈ। ਪਹਿਲੇ ਪਦ ਦੇ ਵਿੱਚ ਅੰਸ਼ ਨਾਲ ਗੁਣਾ ਕਰੋ ਤਾਂ ਕਿੰਨਾ ਬਣ ਗਿਆ 4x ਸਕੁਆਇਰ। ਠੀਕ ਹੈ, 4x ਸਕੁਆਇਰ ਬਣ ਗਿਆ ਤਾਂ ਬਟੇ 1 ਹੈ। 4x ਸਕੁਆਇਰ ਨੂੰ 1 'ਤੇ ਡਿਵਾਈਡ ਕਰਾਂਗੇ ਤਾਂ ਕਿੰਨਾ ਰਹਿ ਜਾਏਗਾ 4x ਸਕੁਆਇਰ ਹੀ ਰਹਿ ਜਾਵੇਗਾ। ਠੀਕ ਹੈ ਜੀ, ਉਸ ਤੋਂ ਬਾਅਦ ਕਾਹਦਾ ਸਾਈਨ ਇੱਥੇ ਪਲੱਸ ਦਾ, ਤਾਂ ਪਲੱਸ ਲਿਖੋ। ਉਸ ਤੋਂ ਬਾਅਦ 4 ਨੂੰ ਉੱਤੇ ਗੁਣਾ ਕਰੋ, 4 ਬਣ ਗਿਆ 4x ਬਣ ਗਿਆ, ਉੱਪਰ ਕਿੰਨਾ ਬਣ ਗਿਆ 4x। 4x ਨੂੰ 4 'ਤੇ ਡਿਵਾਈਡ ਕੀਤਾ, ਦੇਖੋ ਉੱਤੇ ਇਹਨੂੰ ਐਲਸੀਐਮ ਨੂੰ ਇੱਥੇ ਗੁਣਾ ਕਰਕੇ ਕਿੰਨਾ ਬਣ ਗਿਆ 4x, 1 ਨਾਲ ਗੁਣਾ ਕੀਤੀ 4x ਬਣ ਗਿਆ। ਤਾਂ 4x ਨੂੰ ਅਸੀਂ 4 'ਤੇ ਵੰਡਿਆ ਤਾਂ ਕੀ ਰਹਿ ਗਿਆ x ਰਹਿ ਗਿਆ, ਕਿਉਂਕਿ ਦੇਖੋ ਇਸ ਤਰ੍ਹਾਂ ਹੋ ਗਿਆ ਨਾ 4x/4, ਤਾਂ ਇਹ ਤਾਂ 4 ਨਾਲ 4 ਕੱਟ ਗਿਆ ਤਾਂ ਕੀ ਰਹਿ ਗਿਆ x ਪਲੱਸ। ਠੀਕ ਹੈ ਜੀ, ਹੁਣ ਇਹ 4 ਨੂੰ ਇੱਥੇ ਗੁਣਾ ਕਰਾਂਗੇ, ਕਿੰਨਾ ਬਣ ਗਿਆ 4। 4 ਨੂੰ 4 'ਤੇ ਗੁਣਾ ਕੀਤੀ ਪਹਿਲਾਂ, ਫਿਰ ਡਿਵਾਈਡ ਕੀਤੀ ਤਾਂ ਕੀ ਰਹਿ ਗਿਆ 1 ਰਹਿ ਗਿਆ। ਠੀਕ ਹੈ ਜੀ, ਉਸ ਤੋਂ ਬਾਅਦ ਇਹਨੂੰ ਬਰਾਬਰ ਅਸੀਂ 0 ਦੇ ਰੱਖ ਲਿਆ ਤਾਂ ਇਹ 4 ਡਿਵਾਈਡ ਦੇ ਵਿੱਚ ਸਾਈਡ 'ਤੇ ਜਾ ਕੇ 0 ਬਣ ਜਾਏਗਾ। x ਸਕੁਆਇਰ ਪਲੱਸ x ਪਲੱਸ 1 ਦੈਟ ਇਜ਼ ਇਕੁਅਲ ਟੂ 0, ਕਿਉਂਕਿ ਇਹ ਜਿਹੜਾ 4 ਹੈ ਇਸ ਸਾਈਡ 'ਤੇ ਇਸ ਤਰ੍ਹਾਂ ਗੁਣਾ ਦੇ ਵਿੱਚ ਚਲਾ ਗਿਆ। ਤਾਂ ਉਸ ਤੋਂ ਬਾਅਦ 4x ਸਕੁਆਇਰ ਪਲੱਸ x ਪਲੱਸ 1, ਇਹ ਸਾਡਾ ਲੋੜੀਂਦਾ ਬਹੁਪਦ ਹੈ। ਠੀਕ ਹੈ ਜੀ, ਇਸ ਤਰ੍ਹਾਂ ਕਰਨੇ ਹੁੰਦੇ ਨੇ, ਬੜੇ ਈਜ਼ੀ ਸਵਾਲ ਨੇ। ਸੋ ਇਸ ਤਰੀਕੇ ਨਾਲ ਇਹਨੂੰ ਅਸੀਂ ਨੇ ਸੋਲਵ ਕੀਤਾ। ਲਾਸਟ ਦੇ ਵਿੱਚ ਅਸੀਂ ਇੱਕ ਲਾਈਨ ਜ਼ਰੂਰ ਲਿਖਣੀ ਹੁੰਦੀ ਹੈ, ਇਹ ਲੋੜੀਂਦਾ ਦੋ ਘਾਤੀ ਬਹੁਪਦ ਹੈ। ਸੋ ਇਸ ਪਾਰਟ ਨੂੰ ਅਸੀਂ ਨੇ ਕੰਪਲੀਟ ਕਰ ਲਿਆ। ਇੱਕ ਸਵਾਲ ਰਹਿ ਗਿਆ, ਉਹ ਸਵਾਲ ਤੁਹਾਡੀ ਪ੍ਰੈਕਟਿਸ ਦੇ ਲਈ ਛੱਡਿਆ। ਠੀਕ ਹੈ ਜੀ, ਤਾਂ ਕਿ ਬੱਚਿਓ ਤੁਸੀਂ ਖੁਦ ਵੀ ਪ੍ਰੈਕਟਿਸ ਕਰੋ। ਜਿੰਨੀ ਜ਼ਿਆਦਾ ਤੁਸੀਂ ਪ੍ਰੈਕਟਿਸ ਕਰੋਗੇ ਮੈਥ, ਓਨਾ ਹੀ ਤੁਹਾਨੂੰ ਵਧੀਆ ਤਰੀਕੇ ਨਾਲ ਆਉਣ ਲੱਗੇਗਾ। ਮੈਥ ਹੁੰਦਾ ਜਿਹੜਾ ਉਹ ਅਸੀਂ ਕਈ ਵਾਰ ਸੁਣ ਕੇ ਨਹੀਂ ਇੰਨਾ ਸਿੱਖ ਸਕਦੇ ਹੁੰਦੇ, ਦੇਖ ਕੇ ਜਾਂ ਸੁਣ ਕੇ। ਮੈਥ ਨੂੰ ਅਸੀਂ ਨੇ ਪ੍ਰੈਕਟਿਸ ਕਰਕੇ ਸਵਾਲ ਕੱਢ ਕੇ ਦੇਖਣੇ ਹੁੰਦੇ ਨੇ, ਓਨੇ ਹੀ ਸਾਨੂੰ ਵਧੀਆ ਤਰੀਕੇ ਨਾਲ ਸਵਾਲ ਆਉਣ ਲੱਗਦੇ ਨੇ। ਸੋ ਇਹ ਕੰਪਲੀਟ ਕਲਾਸ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਹਾਡਾ ਫਿਰ ਵੀ ਕਿਸੇ ਸਵਾਲ ਦੇ ਵਿੱਚ ਡਾਊਟ ਹੈ ਤਾਂ ਵੀਡੀਓ ਨੂੰ ਤੁਸੀਂ ਪਲੀਜ਼ ਬੈਕ ਕਰਕੇ, ਸਲੋ ਕਰਕੇ ਕਿਸੇ ਵੀ ਤਰੀਕੇ ਨਾਲ ਦੇਖ ਸਕਦੇ ਹੋ। ਥੈਂਕਸ ਫॉर ਇਟ।